ਆਪਣੇ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ 'ਤੇ ਇੱਕ ਆਪਾਂ ਸਪੈਸ਼ਲ ਕੈਂਪੇਨ ਚਲਾਇਆ ਹੋਇਆ ਡਰੱਗਸ ਦੇ ਖਿਲਾਫ। ਸੋ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਤਾਂ ਡਰੱਗਸ ਦੇ ਉੱਤੇ ਔਰ ਇੱਕ ਕਾਫੀ ਫੋਕਸ ਰਿਹਾ ਹੈ ਪਿਛਲੇ 3.5-4 ਮਹੀਨੇ ਦੇ ਵਿੱਚ ਗੈਂਗਸਟਰ ਦੇ ਉੱਤੇ ਵੀ ਕਾਫੀ ਫੋਕਸ ਰਿਹਾ ਹੈ। ਸੋ ਪਹਿਲਾਂ ਆਪਾਂ ਡਰੱਗਸ ਦੀ ਗੱਲ ਕਰਦੇ ਹਾਂ। ਡਰੱਗਸ ਦੇ ਵਿੱਚ ਇਸ ਹਫਤੇ ਦੀ ਜਿਹੜੀ ਪਰਫਾਰਮੈਂਸ ਹੈ ਉਹ 'ਚ 230 FIR ਦਰਜ ਹੋਈਆਂ ਔਰ 327 ਅਕਿਊਜ਼ਡ ਅਰੈਸਟ ਕੀਤੇ ਉਹਦੇ ਵਿੱਚ, ਜਿਹਦੇ 'ਚ 31 ਕੇਸਿਸ ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਆ, 45 ਜਿਹੜੇ ਨੇ ਸਮਗਲਰਸ ਵੱਡੇ ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ 'ਚ ਉਹ ਅਰੈਸਟ ਕੀਤੇ ਆ, ਔਰ ਮੀਡੀਅਮ ਕੁਆਂਟੀਟੀ ਦੇ ਵਿੱਚ 175 ਔਰ ਸਮਾਲ 'ਚ 24। ਔਰ ਅਸੀਂ ਡਿਸਟ੍ਰਿਕਟ ਵਾਈਜ਼ ਜਿਸ ਤਰ੍ਹਾਂ ਮੈਂ ਦੱਸਿਆ ਆਪਾਂ ਐਨਾਲਿਸਿਸ ਕਰਦੇ ਹਾਂ ਸਾਰੇ ਜ਼ਿਲ੍ਹਿਆਂ ਦਾ, ਔਰ ਉਹਦੀ ਇੱਕ ਪਰਫਾਰਮੈਂਸ ਰਿਪੋਰਟ ਜਿਹੜੀ ਉਹ ਵੀ ਬਣਾਈ ਗਈ ਹੈ, ਜਿਹੜੀ ਮਾਨਯੋਗ ਸਾਹਿਬ ਜਲਦੀ 3 ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕਰਨਗੇ। ਸੋ ਜਿਹੜੀਆਂ ਇਸ ਹਫਤੇ ਦੀਆਂ FIR ਆ ਉਹ 'ਚ ਮੈਕਸੀਮਮ FIR ਜਿਹੜੀਆਂ ਬਠਿੰਡੇ 'ਚ ਹੋਈਆਂ, ਫਿਰ ਕਪੂਰਥਲਾ ਦੇ ਵਿੱਚ ਔਰ ਫਿਰ ਅੰਮ੍ਰਿਤਸਰ ਰੂਰਲ ਦੇ ਵਿੱਚ, ਔਰ ਕਮਰਸ਼ੀਅਲ ਕੁਆਂਟੀਟੀ 'ਚ ਅੰਮ੍ਰਿਤਸਰ ਰੂਰਲ 'ਚ, ਪਟਿਆਲਾ 'ਚ ਔਰ ਮਾਨਸਾ 'ਚ, ਮੀਡੀਅਮ ਕੁਆਂਟੀਟੀ ਦੇ ਵਿੱਚ ਕਪੂਰਥਲਾ, ਬਠਿੰਡਾ ਔਰ ਜਲੰਧਰ ਰੂਰਲ ਦੇ ਵਿੱਚ। ਔਰ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਇਸ ਹਫਤੇ ਦੇ ਵਿੱਚ ਉਹ ਹੈਰੋਇਨ ਦੀ 11 ਕਿਲੋ 732 ਗ੍ਰਾਮ ਦੀ ਰਿਕਵਰੀ ਹੈ, OPM ਦੀ 20 ਕਿਲੋ ਦੀ ਰਿਕਵਰੀ ਹੈ, ਪੋਪੀ ਹਸਕ ਦੀ 576 ਕਿਲੋ ਦੀ, ਗਾਂਜਾ 9 ਕਿਲੋ ਔਰ ਚਰਸ 3 ਕਿਲੋ 270 ਗ੍ਰਾਮ ਦੀ ਰਿਕਵਰੀ ਹੈ। POs ਅਬਸਕੌਂਡਰਸ ਦਾ ਜਿਸ ਤਰ੍ਹਾਂ ਆਪਾਂ ਸਪੈਸ਼ਲ ਕੈਂਪੇਨ ਚਲਾਇਆ ਸੀਗਾ, ਉਹਦੇ 'ਚ ਮਾਨਯੋਗ CM ਸਾਹਿਬ ਦੀਆਂ ਵੀ ਹਦਾਇਤਾਂ ਹੈ ਔਰ ਸੁਪਰੀਮ ਕੋਰਟ ਵੀ ਮੋਨੀਟਰ ਕਰ ਰਹੀ ਹੈ ਇਹਨਾਂ ਨੂੰ, ਮਾਨਯੋਗ ਸੁਪਰੀਮ ਕੋਰਟ ਵੀ ਮੋਨੀਟਰ ਕਰ ਰਹੀ ਹੈ NDPS ਐਕਟ ਦੇ ਵਿੱਚ ਜਿਹੜੇ POs ਆ। ਸੋ 43 PO ਇਸ ਹਫਤੇ ਫੇਰ ਫੜੇ ਆ, ਔਰ ਟੋਟਲ ਜਿਹੜੇ ਹੁਣ ਤੱਕ ਆ ਜਦੋਂ ਦਾ ਆਪਾਂ ਇਹ ਕੈਂਪੇਨ ਚਲਾਇਆ ਵਾ 230 PO ਜਿਹੜੇ ਨੇ 230 PO NDPS ਐਕਟ 'ਤੇ ਜਿਹੜੇ ਨੇ ਉਹ ਫੜੇ ਗਏ ਨੇ। ਸੋ ਔਨ ਐਨ ਐਵਰੇਜ ਜਿਹੜੇ ਡੇਲੀ ਦੇ 6 ਤੋਂ 7 PO ਫੜੇ ਜਾ ਰਹੇ ਆ, ਜਿਹਦੇ 'ਚ ਕਾਫੀ ਪੁਰਾਣੇ ਜਿੱਦਾਂ ਆਪਾਂ ਲਾਸਟ ਟਾਈਮ ਦੱਸਿਆ ਸੀ 85, 88, 90s ਦੇ PO ਵੀ ਫੜੇ ਆ। ਸੋ ਇਸੇ ਸਮੇਂ ਦੇ ਦੌਰਾਨ ਜਿਹੜਾ ਦੂਸਰਾ ਫੋਕਸ ਏਰੀਆ ਸੀਗਾ ਗੈਂਗਸਟਰ ਦੇ ਉੱਤੇ ਔਰ ਕ੍ਰਿਮੀਨਲਸ ਦੇ ਉੱਤੇ ਜਿਹੜੀ ਨਕੇਲ ਕੱਸਣ ਦਾ ਸੀਗਾ। ਸੋ ਉਹ 'ਚ 67 ਜਿਹੜੇ ਨੇ ਕ੍ਰਿਮੀਨਲ ਮੋਡਿਊਲਸ ਫੜੇ ਆ ਅਲੱਗ-ਅਲੱਗ ਤਰ੍ਹਾਂ ਦੇ, ਔਰ 301 ਗੈਂਗਸਟਰ ਜਿਹੜੇ ਅਲੱਗ-ਅਲੱਗ ਕੈਟੇਗਰੀਜ਼ ਦੇ ਆ ਉਹ ਇਸ ਸਮੇਂ ਦੇ ਦੌਰਾਨ ਫੜੇ ਗਏ ਆ। 640 ਵੈਪਨ ਨੇ, 174 ਮੈਗਜ਼ੀਨ, 3364 ਕਾਰਟ੍ਰਿਜਿਸ ਔਰ ਇਹਦੇ ਨਾਲ ਹੀ 7 ਹੈਂਡ ਗ੍ਰਨੇਡ ਔਰ 5 LEDs ਫੜੀਆਂ। ਸੋ ਜਿਹੜੇ ਵੈਪਨ 640 ਵੈਪਨ ਫੜੇ ਆ ਇਹ ਅਲੱਗ-ਅਲੱਗ ਕਿਸਮ ਦੇ ਆ, ਇਹਦੇ ਵਿੱਚ ਪਿਸਟਲ ਵੀ ਆ, ਰਿਵਾਲਵਰ ਵੀ ਆ, ਦੇਸੀ ਜਿਹੜੇ ਆ ਕੱਟੇ ਆ ਉਹ ਵੀ ਇਹਦੇ ਵਿੱਚ। ਇਸੇ ਤਰ੍ਹਾਂ SSOC ਨੇ ਸਪੈਸ਼ਲ ਆਪਰੇਸ਼ਨਸ ਦੇ ਦੌਰਾਨ 3 ਹੈਂਡ ਗ੍ਰਨੇਡ ਔਰ ਇੱਕ IED ਫੜੀ ਆ, ਇੱਕ IED ਔਰ 3 ਹੈਂਡ ਗ੍ਰਨੇਡ ਫੜੇ ਆ, ਔਰ 5 IEDs ਜਿਹੜੀਆਂ ਨੇ ਜਿਹਦੇ 'ਚ ਅੰਮ੍ਰਿਤਸਰ ਨੇ, ਇੱਕ ਰੋਪੜ ਨੇ ਔਰ ਤਰਨਤਾਰਨ ਨੇ ਪਿਛਲੇ ਸਮੇਂ ਦੇ ਦੌਰਾਨ ਫੜੀਆਂ ਹੈ। ਸੋ ਇਹ ਜਿਹੜੀਆਂ 2 ਫੋਕਸ ਏਰੀਆਜ਼ ਆ ਹੁਣ ਗੈਂਗਸਟਰ ਦੇ ਉੱਤੇ ਔਰ ਡਰੱਗਸ ਦੇ ਉੱਤੇ, ਔਰ ਕਈ ਥਾਵਾਂ ਦੇ ਉੱਤੇ ਇਹਨਾਂ ਦਾ ਦੋਨਾਂ ਦਾ ਜਿਹੜਾ ਵਾ ਸੁਮੇਲ ਵੀ ਦੇਖਣ ਨੂੰ ਮਿਲਿਆ ਵਾ। ਸੋ ਉਹਦੇ 'ਤੇ ਵੀ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸੋ ਇਹ ਮੇਨ ਹੈਗਾ। ਬਾਕੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ। ਇਹ ਕੈਟਾਗਰੀ ਦੇ ਕਿੰਨੇ ਗੈਂਗਸਟਰ ਤੇ B ਕੈਟਾਗਰੀ ਦੇ ਕਿੰਨੇ? ਫਿਗਰਸ ਨਾ ਐਕਚੁਅਲੀ ਪਹਿਲਾਂ ਆਪਾਂ ਕੈਟੇਗਰਾਈਜ਼ ਕਰਦੇ ਹੁੰਦੇ ਸੀ A B C, ਹੁਣ ਉਸ ਤਰ੍ਹਾਂ ਦੀ ਕਲੀਅਰ ਕੱਟ ਡਿਮਾਰਕੇਟਡ ਕੈਟੇਗਰੀ ਨਹੀਂ ਹੈ। ਜਿਹੜਾ ਵੀ ਆਰਗੇਨਾਈਜ਼ਡ ਕ੍ਰਾਈਮ ਨਾਲ ਇਨਵੋਲਵਡ ਆ, ਜਿਹਦੇ 'ਤੇ ਜ਼ਿਆਦਾ ਕੇਸਿਸ ਆ, ਉਹਨੂੰ ਆਪਾਂ ਇਸੇ ਕੈਟੇਗਰੀ ਦੇ ਵਿੱਚ ਹਾਰਡਕੋਰ ਦੇ ਵਿੱਚ ਹੀ ਕੰਸੀਡਰ ਕਰਦੇ ਹਾਂ। ਸੋ ਟੋਟਲ ਆਪਾਂ 301 ਜਿਹੜੇ ਫੜੇ ਆ ਇਹ ਸਾਰੇ ਹੀ ਜਿਹੜੇ ਨੇ ਹਾਰਡਕੋਰ ਹੀ ਨੇ, ਜਿਹੜੇ ਜਿਨ੍ਹਾਂ ਦੇ ਉੱਤੇ ਮਲਟੀਪਲ ਕੇਸਿਸ ਦਰਜ ਨੇ, ਮਤਲਬ ਇੱਕ ਕੇਸ ਨਹੀਂ ਹੈ ਦਰਜ, ਕਈਆਂ ਤੇ 3 ਨੇ, 4 ਨੇ, ਈਵਨ ਇੱਥੇ ਤੱਕ ਵੀ ਹੈ ਕਈਆਂ ਦੇ ਉੱਤੇ 10 ਤੋਂ 15 ਕੇਸਿਸ ਵੀ ਦਰਜ ਨੇ। ਅਲੱਗ-ਅਲੱਗ ਜ਼ਿਲ੍ਹੇ ਆ, ਜਿੱਦਾਂ ਮਾਨਸਾ ਦੇ ਵਿੱਚ ਕਾਫੀ ਫੜੇ ਆ, ਅੰਮ੍ਰਿਤਸਰ ਰੂਰਲ ਦੇ ਵਿੱਚ ਕਾਫੀ ਫੜੇ ਆ, ਜਲੰਧਰ ਰੂਰਲ ਦੇ ਵਿੱਚ ਕਾਫੀ ਫੜੇ ਆ। ਸੋ ਹਰ ਜ਼ਿਲ੍ਹੇ 'ਚ ਹੀ ਆ। ਜਲੰਧਰ ਰੂਰਲ 'ਚ ਪਿਛਲੇ ਟਾਈਮ 'ਚ ਕਾਫੀ ਫੜੇ ਆ, ਕਰੀਬ 25 ਦੇ ਆਸ-ਪਾਸ ਉੱਥੇ ਫੜੇ ਆ। ਮਾਨਸਾ ਦੇ ਵਿੱਚ ਵੀ ਕਰੀਬ 25 ਤੋਂ ਉੱਪਰ ਜਿਹੜੇ ਬੰਦੇ ਨੇ ਫੜੇ ਨੇ। ਸੋ ਅਲੱਗ-ਅਲੱਗ ਜ਼ਿਲ੍ਹਿਆਂ 'ਚ, ਪਰ ਟੋਟਲ ਜਿਹੜੀ ਪੰਜਾਬ ਦੀ ਫਿਗਰ ਉਹ 301 ਦੀ ਫਿਗਰ ਹੈ ਜਿਹੜੇ ਫੜੇ। ਸਰ ਜਿੱਦਾਂ ਅੰਮ੍ਰਿਤਸਰ IED ਮਾਮਲੇ 'ਚ ਅੱਜ ਵੀ ਇੱਕ ਵੱਡੀ ਪੁੱਛਗਿੱਛ ਸਾਹਮਣੇ ਆਈ ਹੈ, ਗੋਪੀ ਨਾਮ ਦਾ ਜਿਹੜਾ ਗੈਂਗਸਟਰ ਦਾ ਨਾਮ ਸਾਹਮਣੇ ਆਇਆ ਕਿ ਉਹਦੇ ਕਹਿਣ 'ਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ, ਜਿਹੜਾ ਕੁਸ਼ਲਗੀਰ ਕੱਲ੍ਹ ਫੜਿਆ ਗਿਆ ਸੀ। ਇੱਕ ਬਹੁਤ ਵੱਡਾ ਨੈਕਸਸ ਚੱਲ ਰਿਹਾ ਸਰ, ਜਿੰਦਾ ਬਹਿ ਕੇ ਪਾਕਿਸਤਾਨ 'ਚ ਇੱਥੇ ਜਿਹੜੇ ਗੈਂਗਸਟਰ ਉਹਨਾਂ ਦੇ ਨਾਲ ਮਿਲ ਕੇ ਇਹ ਸਾਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ। ਪੁਲਿਸ ਇਹਦੇ ਵਿੱਚ ਕੀ ਕਰ ਰਹੀ ਹੈ ਸਰ? ਕਿਉਂਕਿ ਇਹਦੇ 'ਚ ਜਿਹੜਾ ਇਹ ਸਪੈਸੀਫਿਕ ਕੇਸ ਤੁਸੀਂ ਕਿਹਾ ਉਹਦੀ ਤਫਤੀਸ਼ ਤਾਂ ਉੱਥੇ ਕਰ ਰਹੇ ਆਲਰੇਡੀ DCP ਇਨਵੈਸਟੀਗੇਸ਼ਨ, ਇਹਨਾਂ ਦੀ ਸਾਰੀ ਟੀਮ CP ਅੰਮ੍ਰਿਤਸਰ ਦੀ ਸੁਪਰਵਿਜ਼ਨ 'ਚ ਕਰ ਰਿਹਾ।
ਔਰ ਉਹਦੇ 'ਚ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ 4 ਗ੍ਰਿਫਤਾਰੀਆਂ ਹੋ ਗਈਆਂ ਉਹਦੇ ਵਿੱਚ, ਫਰਦਰ ਕੁਝ ਲੀਡਸ ਵੀ ਮਿਲੀਆਂ ਵਾ ਉਹਦੇ ਵਿੱਚ। ਔਰ ਇਹ ਪੂਰਾ ਜਿਹੜਾ ਜਿਸ ਤਰ੍ਹਾਂ ਦੀ ਤੁਸੀਂ ਗੱਲ ਕੀਤੀ, ਇਸ ਕੇਸ ਦੇ ਵਿੱਚ ਵੀ ਪੂਰੀ ਤਹਿ ਤੱਕ ਜਾਇਆ ਜਾਏਗਾ, ਕਿੱਥੋਂ ਟ੍ਰੇਨਿੰਗ ਲਈ, ਕੀ ਮੋਟਿਵ ਸੀ ਉਹਨਾਂ ਦਾ, ਕੀ ਰੀਜ਼ਨ ਸੀਗਾ ਉਹਦਾ। ਸੋ ਜਿਹੜੇ ਜਿਵੇਂ ਦੋਸ਼ੀ ਫੜੇ ਜਾ ਰਹੇ ਆ, ਉਹ ਕੜੀ ਦੇ ਨਾਲ ਕੜੀ ਜੁੜਦੀ ਜਾ ਰਹੀ ਹੈ। ਸੋ ਕਿੰਗ ਪਿਨ ਤਾਂ ਇਹਦਾ ਜਿਹੜਾ ਓਵਰਆਲ ਆ ਲੰਡਾ ਹੀ ਹੈਗਾ, ਜਿਹੜਾ ਕਿ ਰਿੰਦੇ ਦੇ ਨਾਲ ਵੀ ਟੱਚ ਦੇ ਵਿੱਚ ਆ। ਉਹ ਉੱਪਰੋਂ ਲੈ ਕੇ ਥੱਲੇ ਤੱਕ, ਹੁਣ ਜਿਸ ਤਰ੍ਹਾਂ 2 ਬੰਦੇ ਪਹਿਲਾਂ ਫੜੇ ਗਏ ਸੀਗੇ, ਜਿਹਦੇ 'ਚ ਫਤਿਹਦੀਪ ਤੇ ਹਰਪਾਲ ਫੜਿਆ ਗਿਆ ਸੀ, ਫਿਰ ਉਹਨਾਂ ਨੇ ਰਜਿੰਦਰ ਤੇ ਇੱਕ ਲਕਸ਼ਦੀਪ ਨਾਮ ਦਾ ਬੰਦਾ ਫੜਿਆ ਹੈ, ਉਹਨਾਂ ਦੀ ਪੁੱਛਗਿੱਛ ਜਾਰੀ ਆ। 2 ਬੰਦਿਆਂ ਨੂੰ ਹੋਰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਆ, ਉਹ ਜਿਹੜਾ ਤੁਸੀਂ ਕਹਿ ਰਹੇ ਇੱਕ ਵਰਿੰਦਰ ਔਰ ਇੱਕ ਗੋਪੀ, ਔਰ ਫਰਦਰ ਅੱਗੇ ਇਹਦੀ ਤਫਤੀਸ਼ ਚੱਲ ਰਹੀ ਹੈ। ਔਰ ਇਹਦੇ 'ਚੋਂ ਹੀ ਕਈ ਕੜੀਆਂ ਜਿਹੜੀਆਂ ਨਿਕਲਣਗੀਆਂ ਇਸ ਤਫਤੀਸ਼ ਦੇ ਵਿੱਚੋਂ। ਵਾਲੇ ਕੇਸ 'ਚ ਵੀ ਸੇਮ ਐਜ਼ ਇਟ ਇਜ਼ ਹੋਇਆ ਸੀ ਕਿ ਕਈ ਜੇਲ੍ਹਾਂ 'ਚ ਬਹਿ ਕੇ ਜਿਹੜੇ ਬੰਦ ਗੈਂਗਸਟਰ ਹੈ ਉਹ ਸਾਰਾ ਆਪਰੇਟ ਕਰ ਰਹੇ, ਇਹਦੇ ਵਿੱਚ ਵੀ ਹੁਣ ਸੇਮ ਇਹੀ ਚੀਜ਼ ਆ ਰਹੀ ਹੈ ਕਿ ਜਿਹੜੇ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਜੇਲ੍ਹਾਂ 'ਚ ਬਹਿ ਕੇ ਬਸ ਉਹ ਦੇਖੋ, ਉਹਦੇ 'ਚ 2 ਤਰ੍ਹਾਂ ਦੀ ਸਟ੍ਰੈਟਜੀ ਹੈ। ਇੱਕ ਤਾਂ ਹੈਗੀ ਹੈ ਕਿ ਜਿਹੜੇ ਆਪਣੇ ਕੇਸਿਸ ਪਾਰਟਿਕੂਲਰ ਸਪੈਸੀਫਿਕ ਕੇਸਿਸ ਆਉਂਦੇ ਆ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਵਾਲਾ ਕੇਸ ਆਇਆ ਜਾਂ ਇਹ ਵਾਲਾ ਕੇਸ ਆਇਆ, ਕੁਛ ਉਹਦੇ 'ਚ ਸਪੈਸੀਫਿਕ ਚੀਜ਼ਾਂ ਵੀ ਮਿਲਦੀਆਂ, ਬਟ ਅਦਰਵਾਈਜ਼ ਜੇਲ੍ਹ ਡਿਪਾਰਟਮੈਂਟ ਨੇ ਆਪਣੇ ਲੈਵਲ 'ਤੇ ਵੀ ਕਾਫੀ ਸਖਤੀ ਕੀਤੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਮੋਬਾਈਲ ਜੇਲ੍ਹ ਦੇ ਵਿੱਚ ਰਿਕਵਰ ਹੋਏ ਆ। ਕਈ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਸ਼ੇਅਰ ਨਹੀਂ ਕਰ ਸਕਦੇ। ਸੋ ਉਹ ਜਦੋਂ ਮੋਬਾਈਲ ਮਿਲਦੇ ਆ, ਉਹਦੇ 'ਚੋਂ ਕਾਫੀ ਚੀਜ਼ਾਂ ਉਹਦੇ 'ਚੋਂ ਮਿਲਦੀਆਂ ਵਾ। ਉਹ ਸਾਰਾ ਇੱਕ ਪ੍ਰੋਸੈਸ ਆ ਜਿਹੜਾ ਕਿ ਆਲਰੇਡੀ ਚੱਲ ਰਿਹਾ ਵਾ। ਸੋ ਮੇਨ ਏਰੀਆ ਹੈਗਾ ਕਿ ਜਿਹੜੇ ਸਪੈਸੀਫਿਕ ਕੇਸਿਸ ਆ ਉਹਨਾਂ ਨੂੰ ਪੂਰੀ ਤਹਿ ਤੱਕ ਜਾਇਆ ਜਾਵੇ। ਜਿੱਥੇ ਵੀ ਜੇਲ੍ਹ ਦਾ ਕੋਈ ਵੀ ਕਨੈਕਸ਼ਨ ਉਹਦੇ 'ਚ ਜੁੜਦਾ, ਉਹਦੀ ਪੂਰੀ ਡੂੰਘਾਈ ਤੇ ਤਫਤੀਸ਼ ਕੀਤੀ ਜਾਵੇ। ਦੂਸਰਾ ਹੈਗਾ ਪ੍ਰੋਐਕਟਿਵਲੀ ਸਰਚ ਕਰਕੇ, ਜੇਲ੍ਹਾਂ ਦੇ ਵਿੱਚ ਸਰਪ੍ਰਾਈਜ਼ ਚੈਕਿੰਗ ਕਰਕੇ ਮੋਬਾਈਲ ਫੜੇ ਜਾਣ, ਕੋਈ ਹੋਰ ਜੇ ਕੋਈ ਗੈਜਟਸ ਕੋਈ ਯੂਜ਼ ਕਰਦਾ ਉਹ ਫੜੇ ਜਾਣ। ਉਹ ਆਲਰੇਡੀ ਚੱਲ ਰਿਹਾ ਹੈ ਔਰ ਕਾਫੀ ਭਾਰੀ ਮਾਤਰਾ ਦੇ ਵਿੱਚ ਰਿਕਵਰੀਜ਼ ਵੀ ਹੋ ਰਹੀਆਂ ਜੇਲ੍ਹਾਂ ਦੇ ਵਿੱਚ। ਉਹ ਅਸੀਂ ਕਾਫੀ ਉਹਨੂੰ ਪੋਪੂਲਰਾਈਜ਼ ਕੀਤਾ ਹੈ, ਬਟ ਅਜੇ ਤੱਕ ਕੋਈ ਇੱਦਾਂ ਦੇ ਕੇਸਿਸ ਆਉਣੇ ਸ਼ੁਰੂ ਹੋਏ ਨਹੀਂ। ਉਹ ਮੈਂ ਦੁਬਾਰਾ ਕਹਾਂਗਾ, ਅਜੇ ਤੱਕ ਕੋਈ ਐਪਲੀਕੇਸ਼ਨ ਨਹੀਂ ਆਈ। ਉਹਦੇ 'ਚ ਨਾ ਕਾਫੀ ਲੋਕਾਂ ਨੂੰ ਇਨਹਿਬਿਸ਼ਨ ਹੁੰਦੀ ਹੈ, ਜਿਹੜਾ 64A ਦੀ ਆਪਾਂ ਗੱਲ ਕੀਤੀ ਸੀਗੀ। ਸੋ ਉਹ ਹੁਣ ਅਸੀਂ, ਕਿਉਂਕਿ ਆਪਾਂ ਪਿੱਛੇ 15 ਅਗਸਤ ਦੀ ਪ੍ਰੈਪਰੇਸ਼ਨ 'ਚ ਬਿਜ਼ੀ ਹੋ ਗਏ, ਕੁਛ ਇੰਪੋਰਟੈਂਟ VIP ਡਿਊਟੀਜ਼ ਆ ਗਈਆਂ। ਹੁਣ ਨੈਕਸਟ ਜਿਹੜਾ ਵਾ ਨਾ 1 ਮੰਥ ਉਹਨੂੰ ਡੈਡੀਕੇਟ ਕਰਕੇ ਥੋੜ੍ਹਾ ਆਪ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਪੈਣਾ ਉਹਦੇ 'ਤੇ। ਮਤਲਬ ਜਿਹੜੇ ਲੋਕ ਆ, ਜਿਹੜੇ ਪਬਲਿਕ ਆ, ਜਾਂ ਜਿਹੜੇ ਕੋਈ ਸਮਾਲ ਕੁਆਂਟੀਟੀ ਵਾਲੇ ਇਸ ਕੰਮ 'ਚ ਫਸੇ ਹੋਏ ਆ, ਜਿਹੜੇ ਉਹਨਾਂ ਨੂੰ ਆਪ ਪ੍ਰੇਰਿਤ ਕਰਨਾ ਪੈਣਾ। ਹੁਣ ਦੁਬਾਰਾ ਇੱਕ ਵਾਰੀ ਚਲਾਵਾਂਗੇ, ਵਿੱਚ ਕਾਫੀ 15 ਅਗਸਤ ਦੀ ਪ੍ਰੈਪਰੇਸ਼ਨ 'ਚ ਕਾਫੀ ਟਾਈਮ ਲੱਗ ਗਿਆ ਉਸ ਜੀ। ਨਹੀਂ, ਇਹ ਨਾ ਜੀ, ਇਹ ਕਈ ਰੀਜ਼ਨ ਹੈ ਇਹਦੇ। ਦੇਖੋ, ਪ੍ਰੋਐਕਟਿਵ ਅਪਰੋਚ ਜਦੋਂ ਹੁੰਦੀ ਹੈ ਨਾ, ਦੇਖੋ 1 ਦਿਨ 'ਚ ਜਾਂ 2 ਦਿਨ 'ਚ ਨਹੀਂ ਹੁੰਦਾ, ਇਹ ਲੌਂਗ ਤੇ ਮਤਲਬ ਕਾਫੀ ਮਿਹਨਤ ਵਾਲਾ ਪ੍ਰੋਸੈਸ ਆ। ਸੋ ਇਹਦਾ ਫੜੇ ਜਾਣ ਦਾ 2 ਹੁੰਦਾ ਪਰਪਸ। ਇੱਕ ਤਾਂ ਹੁੰਦਾ ਕਿ ਜਦੋਂ ਆਪਾਂ ਵੱਡੀ ਕੁਆਂਟੀਟੀ 'ਚ ਫੜਦੇ ਆ, ਜਿਹੜੇ ਮੇਨ ਸਮਗਲਰ ਆ ਉਹ ਇੱਕ ਵਾਰੀ ਸਲਾਖਾਂ ਦੇ ਪਿੱਛੇ ਚਲੇ ਜਾਂਦੇ ਆ। ਦੂਸਰਾ ਹੈਗਾ ਜਦੋਂ ਆਪਾਂ ਪ੍ਰੋਐਕਟਿਵਲੀ ਫੜਦੇ ਆ, ਜਿਹੜਾ ਨਸ਼ਾ ਲੋਕਾਂ ਦੇ ਵਿੱਚ ਜਾਣਾ ਸੀਗਾ ਉਹ ਫੜਿਆ ਗਿਆ, ਉਹਦੇ ਨਾਲ ਆਪਣੇ ਕਿੰਨਾ ਯੂਥ ਆ ਜਿਹੜਾ ਬਚ ਜਾਂਦਾ ਹੈ। ਤੀਸਰੀ ਜਿਹੜੀ ਗੱਲ ਆ ਵੀ ਨਸ਼ਾ ਫੜਿਆ ਜਾਣਾ ਇਸ ਚੀਜ਼ ਦਾ ਇੰਡੀਕੇਸ਼ਨ ਨਹੀਂ ਆ ਕਿ ਵੀ ਨਸ਼ਾ ਬਹੁਤ ਪ੍ਰੈਵਲੈਂਟ ਹੈ। ਇਸ ਚੀਜ਼ ਦਾ ਇੰਡੀਕੇਸ਼ਨ ਹੈ ਕਿ ਏਜੰਸੀਜ਼ ਔਰ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਆ, ਚਾਹੇ ਉਹ ਪੁਲਿਸ ਹੋਵੇ ਚਾਹੇ ਬਾਕੀ ਵਿੰਗਸ ਆ, ਉਹ ਪ੍ਰੋਐਕਟਿਵਲੀ ਔਰ ਬੜੇ ਐਕਟਿਵਲੀ ਕੰਮ ਕਰ ਰਹੇ ਆ। ਸੋ ਇਹਨਾਂ ਨਹੀਂ, ਕਈ ਜਗ੍ਹਾ ਤੋਂ ਆਉਂਦਾ ਜੀ। ਦੇਖੋ, ਅਲੱਗ-ਅਲੱਗ ਕਿਸਮ ਦਾ ਨਸ਼ਾ ਅਲੱਗ-ਅਲੱਗ ਜਗ੍ਹਾ ਤੋਂ ਆਉਂਦਾ ਵਾ। ਹੁਣ ਜਿੱਦਾਂ OPM ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹ ਕਈ ਸਟੇਟਸ ਦੇ ਵਿੱਚੋਂ ਆਉਂਦਾ ਹੈ। ਕਈ ਜਿੱਦਾਂ ਹੈਰੋਇਨ ਦੀਆਂ ਰਿਕਵਰੀਜ਼ ਜਿਹੜੀਆਂ ਪਿੱਛੇ ਹੋਈਆਂ ਸੀ, ਉਹ 'ਚੋਂ ਕਈ ਜੰਮੂ ਕਸ਼ਮੀਰ ਵਾਲਾ ਰੂਟ ਵੀ ਅਡੋਪਟ ਕਰਦੇ ਆ। ਸੋ ਅਲੱਗ-ਅਲੱਗ ਕਿਸਮ ਦਾ, ਜਿੱਦਾਂ ਜੇ ਆਪਾਂ ਜਿਹੜੀਆਂ ਮੈਡੀਕਲ ਡਰੱਗਸ ਦੀ ਗੱਲ ਕਰਦੇ ਹਾਂ, ਉਹ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਵੀ ਫਿਗਰ ਹੋਇਆ ਸੀ, ਸਹਾਰਨਪੁਰ ਤੋਂ ਫਿਗਰ ਹੋਇਆ ਸੀ, ਦਿੱਲੀ ਤੋਂ ਫਿਗਰ ਹੋਇਆ ਸੀਗਾ। ਸੋ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਆ, ਉਹ ਤਾਂ ਕੋਸ਼ਿਸ਼ ਉਹਨਾਂ ਦੀ ਰਹਿੰਦੀ ਆ ਹਰ ਵੇਲੇ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ। ਪਰ ਉਹ ਪ੍ਰੋਐਕਟਿਵ ਆਪਣੀ ਅਪਰੋਚ ਆ ਕਿ ਆਪਾਂ ਉਸ ਅਪਰੋਚ ਦੇ ਨਾਲ ਉਹਨੂੰ ਫੜ ਲੈਂਦੇ ਆ। ਸੋ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਇਹਦਾ ਇੰਪੈਕਟ ਆ ਉਹ ਪੋਜ਼ਿਟਿਵ ਆਉਣਾ ਸ਼ੁਰੂ ਹੋਇਆ ਵਾ, ਜੋ ਸਾਨੂੰ ਫੀਡਬੈਕ ਆ ਉਹਦੇ ਤੋਂ। ਆਪਾਂ ਨੂੰ ਉਹ ਚਾਹੀਦਾ ਹੈ ਜੀ। ਬਾਰਡਰ ਸਿਕਿਉਰਿਟੀ ਫੋਰਸ ਨੇ ਅੱਜ ਕਾਫੀ ਹੈਵੀ ਰਿਕਵਰੀ ਜਿਹੜੀ ਹੈਗੀ ਉਹ ਕੀਤੀ ਹੈ। ਉਹ ਸਾਰਿਆਂ ਦੇ ਨਾਲ ਦੇਖੋ, ਇਹ ਇੱਕ ਕੋਆਰਡੀਨੇਸ਼ਨ ਆ, ਚਾਹੇ ਉਹ BSF ਦੇ ਨਾਲ ਹੋਵੇ ਬਾਰਡਰ 'ਤੇ, ਨਾਰਕੋਟਿਕ ਕੰਟਰੋਲ ਬਿਊਰੋ ਆ ਜਿਹੜਾ ਸਪੈਸ਼ਲਾਈਜ਼ਡ ਏਜੰਸੀ ਹੈ ਗਵਰਨਮੈਂਟ ਆਫ ਇੰਡੀਆ ਦੀ, ਫਿਰ ਜੰਮੂ ਕਸ਼ਮੀਰ ਪੁਲਿਸ ਨਾਲ, ਹਿਮਾਚਲ ਪ੍ਰਦੇਸ਼ ਪੁਲਿਸ ਨਾਲ, UP ਪੁਲਿਸ ਦੇ ਨਾਲ, ਦਿੱਲੀ ਪੁਲਿਸ ਦੇ ਨਾਲ, ਸਾਰਿਆਂ ਨਾਲ ਹੀ ਸਾਡੇ ਜਿੱਦਾਂ ਆਪਣੇ ਜਿਹੜੇ ਬਾਕੀ ਈਵਨ ਡਰੱਗਸ ਤੋਂ ਇਲਾਵਾ ਜਿਹੜੇ ਬਾਕੀ ਆਪਰੇਸ਼ਨਸ ਵੀ ਜਿੰਨੇ ਵੀ ਚੱਲਦੇ ਆ, ਸਾਰੀਆਂ ਸਟੇਟਸ ਦੇ ਨਾਲ ਕੋਆਰਡੀਨੇਸ਼ਨ ਕਰਕੇ ਹੋ ਰਿਹਾ ਵਾ।
ਸੋ ਇਹ ਜਿਹੜੀ ਡਰੱਗਸ ਦੀ ਪ੍ਰੋਬਲਮ ਲੈ ਲਈਏ, ਚਾਹੇ ਆਪਾਂ ਕੋਈ ਗੈਂਗਸਟਰਸ ਦੇ ਇਸ਼ੂਜ਼ ਲੈ ਲਈਏ, ਇਹ ਇੱਕ ਸਟੇਟ ਤੱਕ ਕਨਫਾਈਨਡ ਨਹੀਂ ਆ, ਇਹਦੇ ਇੰਟਰ ਸਟੇਟ ਲਿੰਕੇਜ ਸਾਰੀਆਂ ਚੀਜ਼ਾਂ ਦੇ ਹੈਗੇ ਆ। ਸੋ ਉਹ ਜਿਹੜੀ ਸਟੇਟ ਏਜੰਸੀਜ਼, ਜਿੱਦਾਂ ਹੁਣ ਆਪਾਂ ਪ੍ਰੋਐਕਟਿਵ ਆ, ਪੰਜਾਬ ਪੁਲਿਸ ਪ੍ਰੋਐਕਟਿਵ ਆ, ਤਾਂ ਸਾਡੀ ਵੀ ਕਾਫੀ ਰਿਕਵਰੀਜ਼ ਹੋ ਰਹੀਆਂ, ਸਾਡੇ ਵੀ ਕਾਫੀ ਬੰਦੇ ਜਿਹੜੇ ਫੜੇ ਜਾ ਰਹੇ ਆ। ਜਿੱਦਾਂ ਬਾਰਡਰ ਏਰੀਆ ਦੇ ਤੁਸੀਂ ਕਿਹਾ ਕਿ ਲਗਾਤਾਰ ਹੁਣ ਕਾਫੀ ਸਖਤੀ ਕੀਤੀ ਗਈ ਹੈ, ਲੇਕਿਨ ਅੱਜ ਜਿਹੜੀ AK ਸੀਰੀਜ਼ ਦੀ ਰਾਈਫਲ, ਮੈਗਜ਼ੀਨ ਔਰ 9mm ਦੀ ਪਿਸਟਲਸ ਵਗੈਰਾ ਐਕਸਪਲੋਸਿਵ ਕਾਫੀ ਰਿਕਵਰ ਹੋਇਆ ਬਾਰਡਰ ਏਰੀਆ। ਨਹੀਂ, ਉਹ ਦੇਖੋ ਜਿਹੜੀ ਰਿਕਵਰੀ ਹੈ ਨਾ, ਉਹ ਅਟੈਂਪਟਸ ਤਾਂ ਹੁੰਦੀਆਂ ਹੀ ਆ ਜੀ, ਸਮਗਲ ਕਰਨ ਦੀਆਂ ਅਟੈਂਪਟਸ ਤਾਂ ਹੁੰਦੀਆਂ ਹੀ ਆ, ਬਟ ਉਹ ਅਟੈਂਪਟਸ ਜਿਹੜੀਆਂ ਨੇ ਉਹ ਆਪਣੀ ਇਸ ਤਰੀਕੇ ਦੇ ਨਾਲ ਫਟਾਈਲ ਹੋ ਜਾਂਦੀਆਂ ਵਾ। ਜਿੱਦਾਂ ਹੁਣ ਰਿਕਵਰੀ ਕੋਸ਼ਿਸ਼ ਤਾਂ ਹੁੰਦੀ ਆ, ਹੈਰੋਇਨ ਸਮਗਲ ਕਰਨ ਦੀ ਵੀ ਹੁੰਦੀ ਆ, ਵੈਪਨਸ ਦੀ ਵੀ ਹੁੰਦੀ ਆ, ਪਰ ਜਿਉਂ-ਜਿਉਂ ਫੜਿਆ ਜਾਂਦਾ ਹੈ, ਜਦੋਂ ਅੱਗੇ ਪਹੁੰਚਿਆ ਨਹੀਂ ਤਾਂ ਉਹ ਬੜੀ ਵੱਡੀ ਸਕਸੈਸ ਆ ਆਪਣੀ। ਜਿੱਥੇ ਤੱਕ ਜੇ ਕੋਈ ਇੱਕ ਬੰਦਾ ਇੱਕ ਜਗ੍ਹਾ ਤੋਂ ਸਟਾਰਟ ਕਰਦਾ ਹੈ, ਉਹਨੇ ਜੇ ਕਿਸੇ ਜਗ੍ਹਾ ਤੇ ਪਹੁੰਚਾਉਣਾ ਸੀ, ਨਹੀਂ ਪਹੁੰਚਿਆ, ਆਈ ਫੀਲ ਉਹ ਬੜੀ ਵੱਡੀ ਸਕਸੈਸ ਆ। ਇਹ ਸਰ ਤੁਹਾਡਾ ਜਿਹੜਾ ਤੁਸੀਂ ਦੱਸਿਆ ਕਿ ਫੋਕਸ ਜਿਹੜਾ ਪੰਜਾਬ ਪੁਲਿਸ ਦਾ ਲਗਾਤਾਰ ਚੱਲ ਰਿਹਾ ਨਸ਼ਿਆਂ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ, ਦੋਨਾਂ ਦਾ ਇੰਟਰੂਸ਼ਨ ਪੰਜਾਬ ਪੁਲਿਸ ਦੇ ਵਿੱਚ ਸਰਪ੍ਰੈਸ ਹੋਇਆ, ਉਸ ਨੂੰ ਪ੍ਰੀਵੈਂਟ ਕਰਨ ਲਈ ਕੋਈ ਮੈਕੈਨਿਜ਼ਮ ਇਨਫੋਰਸ ਕਰਦੇ? ਦੇਖੋ, ਉਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਿਛਲੇ ਟਾਈਮ ਤੇ ਤੁਸੀਂ ਦੇਖਿਆ ਕਿ ਸਾਡੇ ਮਾਨਯੋਗ DGP ਸਾਹਿਬ ਆਪ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਏ ਸੀਗੇ। ਉਹਨਾਂ ਦਾ ਵੀ ਇਹੀ ਫੋਕਸ ਏਰੀਆ ਸੀ ਵੀ ਐਕਸ਼ਨ ਅਗੇਂਸਟ ਡਰੱਗਸ, ਗੈਂਗਸਟਰਸ, ਔਰ ਜਿਹੜਾ ਪੁਲਿਸ ਦੇ ਵਿੱਚ ਜਿਹੜਾ ਕਰਪਸ਼ਨ ਆ ਉਹਨੂੰ ਦੂਰ ਕਰਨਾ। ਸੋ ਕਰਪਸ਼ਨ ਦਾ ਹੀ ਇੱਕ ਇਹਨੂੰ ਅਸੀਂ ਕਹਾਂਗੇ, ਜੇ ਕੋਈ ਬੰਦਾ ਇੱਦਾਂ ਦਾ ਕੰਮ ਕਰਦਾ ਉਹ ਵੀ ਕਰਪਸ਼ਨ ਦਾ ਹੀ ਪਾਰਟ ਆ। ਸੋ ਉਸ 'ਤੇ ਪੂਰੀ ਸਖਤੀ ਆ। ਜਿਹੜਾ ਕੋਈ ਡਰੱਗਸ ਕੇਸ 'ਚ, ਕਰਪਸ਼ਨ ਕੇਸ 'ਚ ਇਨਵੋਲਵਮੈਂਟ ਆ, ਉਹ ਸਟਰੇਟ ਅਵੇ ਡਿਸਮਿਸ ਹੀ ਹੋਏਗਾ ਸਰਵਿਸ ਦੇ ਉੱਤੋਂ। ਸੋ ਇਸ ਚੀਜ਼ ਨੂੰ ਹੁਣ ਜ਼ਿਲ੍ਹੇ ਲੈਵਲ ਦੇ ਉੱਤੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕੋਈ ਸਪੈਸੀਫਿਕ ਸਟ੍ਰੈਟਜੀ ਆ, ਉਹ ਵੀ ਅਸੀਂ ਬਣਾਵਾਂਗੇ ਕਮਿਸ਼ਨਰਸ, SSPs ਦੇ ਨਾਲ, ਕਿ ਵੀ ਉਹ ਆਪਣੇ ਮੁਲਾਜ਼ਮਾਂ ਦਾ ਵੀ ਇੱਕ ਵਾਰੀ ਸਾਰਿਆਂ ਦਾ ਸਰਵੇਲੈਂਸ ਕਰਾਉਣ, ਉਹ ਇੰਟੈਲੀਜੈਂਟ ਤਰੀਕੇ ਦੇ ਨਾਲ ਕਰਾਉਣ, ਇਨਫੋਰਮਲ ਤਰੀਕੇ ਦੇ ਨਾਲ ਕਰਾਉਣ, ਤਾਂ ਜੋ ਪਿਨ ਪੁਆਇੰਟ ਹੋਵੇ ਕਿ ਕਿਹੜੇ ਬੰਦੇ ਜਿਹੜੇ ਇਸ ਤਰ੍ਹਾਂ ਦੇ ਇਨਵੋਲਵਮੈਂਟ ਹੋ ਸਕਦੀ ਹੈ ਜਿਨ੍ਹਾਂ ਦੀ। ਸਰ PM ਦੀ ਸਿਕਿਉਰਿਟੀ ਨੂੰ ਲੈ ਕੇ ਕੀ ਅਰੇਂਜਮੈਂਟਸ ਨੇ? ਉਹ ਅਲੱਗ ਤੋਂ ਕਰ ਰਹੇ ਆ ਜੀ, ਉਹ ਜੋ ਐਜ਼ ਪਰ ਪ੍ਰੋਟੋਕੋਲ ਐਂਡ ਨੋਰਮਸ ਹੈਗਾ ਹੈ ਉਹ ਕਰ ਰਹੇ ਆ। ਉਹਦੇ ਵਿੱਚ ਕੋਈ 640 ਵੈਪਨ ਜਿਹੜੇ ਕਵਰ ਤੁਸੀਂ ਕਹਿ ਰਹੇ ਕਰੇ ਜੀ, ਇਹ ਕਦੋਂ ਤੱਕ ਦੇ ਹੈ ਜੀ? ਇਹ ਜਿਹੜੇ ਮਾਰਚ ਤੋਂ ਲੈ ਕੇ ਹੁਣ ਤੱਕ, ਮਾਰਚ ਤੋਂ ਲੈ ਕੇ ਹੁਣ ਤੱਕ? ਹਾਂਜੀ, ਜਿਹੜੇ ਪਿਛਲੇ ਹੈਗੇ ਵੈਪਨ ਇਹਦੇ ਵਿੱਚ ਸਾਰੀ ਕਿਸਮ ਦੀ ਆ ਜੀ, ਪਿਸਟਲਸ ਵੀ ਆ, ਰਿਵਾਲਵਰਸ ਵੀ ਆ, ਦੇਸੀ ਕੱਟੇ ਵੀ ਆ, ਦੇਸੀ ਵੀ ਹੈਗੇ। ਪਿਸਟਲ ਜਿਹੜੇ ਹੁੰਦੇ ਆ ਉਹਦੇ ਵਿੱਚ ਸਪੈਸੀਫਿਕਲੀ ਕਿੰਨੇ ਵਿਦੇਸ਼ ਤੋਂ ਇਹ ਤਾਂ ਨਹੀਂ, ਪਰ ਮੋਸਟਲੀ ਜਿਹੜੇ ਨੇ ਨਾ, ਮੈਜੋਰਿਟੀ ਜਿਹੜੇ ਨੇ ਉਹ UP MP ਮੇਡ ਨੇ ਇਹਦੇ ਵਿੱਚ। ਔਰ ਅੱਜ ਕੱਲ੍ਹ ਜਿਹੜੇ UP MP ਮੇਡ ਜਿਹੜੇ ਰਿਵਾਲਵਰ ਪਿਸਟਲ ਹੁੰਦੇ ਆ, ਉਹਨੂੰ ਆਲਮੋਸਟ ਸੇਮ ਸ਼ੇਪ ਦੇ ਦਿੰਦੇ ਆ, ਦੇਖਣ ਨੂੰ ਉਹ ਬਿਲਕੁਲ ਫੋਰਨ ਮੇਡ ਲੱਗਦੇ ਆ। ਮਤਲਬ ਉਹਦੀ ਐਫੀਸ਼ੀਐਂਸੀ 'ਚ ਫਰਕ ਹੋਏਗਾ, ਬਟ ਵਿਜ਼ੀਬਿਲਟੀ ਜਿਹੜੀ ਆਊਟਵਰਡ ਅਪੀਅਰੈਂਸ ਬਿਲਕੁਲ ਸੇਮ ਹੁੰਦੀ ਹੈ ਇਹਨਾਂ ਵੈਪਨਸ ਦੀ। ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ, ਉਹ ਕਹਿੰਦੇ ਕਿ ਜਿਹੜਾ ਮੇਨ ਐਕਿਊਜ਼ ਹੈ, ਕਈ ਉਹਨਾਂ ਨੇ ਇੰਟਰੈਕਟ ਗੱਲਾਂ ਕੀਤੀਆਂ ਕਿ ਹੋਮਲੈਂਡ ਨਾਲ ਤਾਰ ਜੁੜ ਰਹੇ ਹਨ, ਇੱਕ ਹਫ਼ਤੇ ਜੇਕਰ ਨਹੀਂ ਕਿਸੇ ਤਰ੍ਹਾਂ ਦਾ ਕੋਈ ਐਕਿਊਜ਼ ਫੜਿਆ ਗਿਆ ਤਾਂ ਅਸੀਂ ਸੜਕਾਂ 'ਤੇ ਆਵਾਂਗੇ। ਉਹਨੂੰ ਕਿਸੇ ਨੂੰ ਦੇਖੋ, ਉਹਦੇ 'ਚ ਸਾਡੇ ਜਿਹੜੇ ਆਫੀਸਰਸ ਆ ਨਾ, ਉਹਨਾਂ ਨਾਲ ਟੱਚ 'ਚ ਨੇ। SSP ਮਾਨਸਾ ਨਾਲ ਮੇਰਾ ਡਿਸਕਸ ਵੀ ਹੋਇਆ ਸੀਗਾ, ਉਹ ਉਹਨਾਂ ਨਾਲ ਟੱਚ 'ਚ ਨੇ। ਉਹਨਾਂ ਦੇ ਕੁਝ ਗ੍ਰੀਵੈਂਸਿਸ ਹੈਗੇ ਆ, ਮਤਲਬ ਕੇਸ ਨੂੰ ਲੈ ਕੇ ਵੀ, ਕੁਝ ਇਸ ਤੋਂ ਇਲਾਵਾ ਵੀ। ਸੋ ਉਹ ਜਿੰਨੇ ਵੀ ਗ੍ਰੀਵੈਂਸਿਸ ਆ ਸਾਰੇ ਉਹਨਾਂ ਦੇ ਸੁਣੇ ਗਏ ਆ, ਔਰ 100% ਅਸ਼ੋਰੈਂਸ ਆ ਕਿ ਉਹ ਸਾਰੇ ਦੂਰ ਕੀਤੇ ਜਾਣਗੇ। ਜਿਹੜਾ ਮੇਨ ਕੇਸ ਆ, ਉਸ ਕੇਸ ਦਾ ਚਾਰਜ ਸ਼ੀਟ ਆਲਮੋਸਟ ਪ੍ਰੀਪੇਅਰਡ ਆ। ਜਿਹੜੇ ਜੋ ਲੀਗਲ ਪ੍ਰੋਸੀਜਰਲ ਫਾਰਮੈਲਿਟੀਜ਼ ਹੁੰਦੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ। ਉਹ ਇੱਕ ਹਫ਼ਤੇ ਦੇ ਵਿੱਚ ਵਿਦਿਨ ਦਿਸ ਵੀਕ ਉਹਦਾ ਚਲਾਨ ਜਿਹੜਾ ਕੋਰਟ 'ਚ ਚਲਾ ਜਾਏਗਾ, ਜਿਹੜੇ ਮੇਨ ਉਹਦੇ ਵਿੱਚ ਅਕਿਊਜ਼ਡ ਨੇ, ਜਿਹੜੇ ਫੜੇ ਗਏ ਨੇ। ਸੋ ਕੁਛ ਅਕਿਊਜ਼ਡ ਉਹਦੇ 'ਚ ਰਹਿੰਦੇ ਨੇ, 2 ਦੀ ਤਾਂ ਉਹਦੇ 'ਚ ਡੈਥ ਹੋ ਗਈ ਸੀਗੀ, ਔਰ 3 ਅਕਿਊਜ਼ਡ ਹੋਰ ਨੇ ਜਿਹੜੇ ਵਾਂਟਡ ਨੇ, ਔਰ 24 ਅਕਿਊਜ਼ਡ ਆ ਜਿਨ੍ਹਾਂ ਦਾ ਚਲਾਨ ਦਿੱਤਾ ਜਾ ਰਿਹਾ, ਜਿਨ੍ਹਾਂ ਦਾ ਚਲਾਨ ਤਿਆਰ ਹੋ ਗਿਆ, ਦਿੱਤਾ ਜਾ ਰਿਹਾ। ਕੁਛ ਉਹਨਾਂ ਦੇ ਪੇਰੈਂਟਸ ਦੇ ਇਸ਼ੂਜ਼ ਹੈਗੇ ਆ, ਕੁਛ ਸਪੈਸੀਫਿਕ ਪਰਸਨੈਲਿਟੀਜ਼ ਨੂੰ ਲੈ ਕੇ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਡਾਊਟ ਆ। ਉਹ ਉਹਨਾਂ ਨੂੰ ਇੱਕ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਤੁਸੀਂ ਆ ਕੇ ਆਪਣੀ ਸਪਲੀਮੈਂਟਰੀ ਸਟੇਟਮੈਂਟ ਲਿਖਾਓ। ਜੋ ਉਹ ਲਿਖਾਉਣਗੇ ਮੈਰਿਟ ਦੇ ਉੱਤੇ, ਜੇ ਕਿਸੇ ਦੀ ਇਨਵੋਲਵਮੈਂਟ ਹੋਏਗੀ ਤਾਂ ਉਹ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਉਹਦੇ ਵਿੱਚ। ਸਰ, ਗੈਂਗਵਾਰ ਵੱਧਦੀ ਨਜ਼ਰ ਆ ਰਹੀ ਹੈ, ਧਮਕੀਆਂ ਹੋਰ ਸਿੰਗਰਾਂ ਨੂੰ ਮਿਲਣ ਲੱਗ ਪਈਆਂ ਇਸੇ ਮਾਮਲੇ ਦੇ ਵਿੱਚ। ਬੀਹਾ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਹੈ, ਹੁਣ ਕਿਰਤਾਓ। ਦੇਖੋ, ਅਜੇ ਤੱਕ ਜੋ ਸਾਡਾ ਫੀਡਬੈਕ ਆ, ਕਾਫੀ ਫਰਕ ਆ। ਜਿਹੜੇ ਪਿੱਛੇ ਕੁਝ ਐਕਸਟੋਰਸ਼ਨ ਕਾਲਸ ਵਗੈਰਾ, ਉਹਦੇ 'ਚ ਕਾਫੀ ਹੁਣ ਜੋ ਸਿਚੁਏਸ਼ਨ ਕਿਸੇ ਟਾਈਮ ਸੀਗੀ ਉਸ ਤੋਂ ਬਿਲਕੁਲ ਫਰਕ ਆ। ਕੁਝ ਫੇਕ ਕਾਲਸ ਵੀ ਆਉਂਦੀਆਂ ਹੈ, ਕਾਫੀ ਲੋਕ ਆ ਜਿਹੜੇ ਫੇਕ ਕਰਦੇ ਆ, ਫੇਕ ਮੈਸੇਜਿਸ, ਫੇਕ ਕਾਲਸ। ਸੋ ਜੇ ਕੋਈ ਇੱਦਾਂ ਦੀ ਆਉਂਦੀ ਹੈ ਸਾਹਮਣੇ, ਉਹ ਸਖਤ ਕਾਰਵਾਈ ਕੀਤੀ ਜਾਊਗੀ, ਔਰ ਕੋਈ ਵੀ ਕੇਸ ਅਨਟ੍ਰੇਸਡ ਜਾਂ ਕਿਸੇ ਇੱਕ ਲੀਡ ਤੋਂ ਬਾਅਦ ਛੱਡਿਆ ਨਹੀਂ ਜਾਂਦਾ, ਪ੍ਰੋਪਰ ਫੋਲੋਅਪ ਕੀਤਾ ਜਾਂਦਾ। ਜਿੱਦਾਂ ਅੰਮ੍ਰਿਤਸਰ ਦੇ ਵਿੱਚ ਪਿੱਛੇ ਹੋਇਆ ਸੀਗਾ, ਉਹ ਬੰਦੇ ਜਿਹੜੇ ਸੀਗੇ ਉਹਨਾਂ ਨੇ ਫੜ ਵੀ ਲਿਆਂਦੇ, ਉਹ ਸਾਰੇ ਕੋਈ ਵਿੱਚੋਂ ਜਾਣ ਪਛਾਣ ਦੇ ਨਿਕਲ ਆਏ ਜਿਹੜੇ ਐਕਸਟੋਰਸ਼ਨ ਦੀਆਂ ਕਾਲਸ ਕਰਦੇ ਸੀ। ਸੋ
ਸੋ ਮੇਰਾ ਤਾਂ ਇਹੀ ਰਿਕੁਐਸਟ ਹੈ ਕਿ ਇਮੀਡੀਏਟਲੀ ਇਨਫੋਰਮ ਕਰੋ ਪੁਲਿਸ ਨੂੰ ਜਿੱਥੇ ਵੀ ਮਿਲਦਾ, ਚਾਹੇ ਜੇ ਕੋਈ ਕਈ ਵਾਰੀ ਬੰਦਾ ਫਾਰਮਲ ਕੰਪਲੇਂਟ ਨਹੀਂ ਕਰਨਾ ਚਾਹੁੰਦਾ ਹੁੰਦਾ, ਬਟ ਇਨਫੋਰਮਲੀ ਜ਼ਰੂਰ ਕਰੇ।